ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਅੱਜ ਦੀ ਇਹ ਕਲਾਸ ਨੰਬਰ 2 ਹੈਗੀ ਹੈ, ਜਿਹਦੇ ਵਿੱਚ ਆਪਾਂ ਜਿਹੜੇ ਪੋਲਿਟੀ ਹੈਗੀ ਹੈ ਉਹ ਡਿਸਕਸ ਕਰ ਰਹੇ ਸੀਗੇ। ਤੇ ਬੇਸਿਕਲੀ ਗਾਇਜ਼ ਆਪਾਂ ਜਿਹੜੇ ਐਕਟਸ ਹੈ ਉਹ ਪਹਿਲੇ ਲੈਕਚਰ ਦੇ ਵਿੱਚ ਆਲਰੇਡੀ ਅੱਧੇ ਡਿਸਕਸ ਕਰ ਲਏ ਸੀਗੇ। ਹੁਣ ਆਪਾਂ ਜਿਹੜਾ ਐਕਟ ਕਰਨਾ ਹੈਗਾ ਵਾ ਉਹ ਕਰਨਾ ਐਕਟ ਚਾਰਟਰ ਨੰਬਰ 1853 ਵਾਲਾ। ਜੇ ਤਾਂ ਤੁਸੀਂ ਪਹਿਲੀ ਵੀਡੀਓ ਨਹੀਂ ਦੇਖੀ ਹੈ ਤਾਂ ਮੈਂ ਤੁਹਾਨੂੰ ਇਹ ਕਹਾਂਗੀ ਕਿ ਪਹਿਲਾਂ ਤਾਂ ਪਹਿਲੀ ਵੀਡੀਓ ਦੇਖੋ, ਤਾਂ ਹੀ ਤੁਹਾਨੂੰ ਇਹ ਗੱਲ ਸਮਝ ਆਏਗੀ। ਆਪਾਂ ਪਿਛਲੇ ਲੈਕਚਰ ਦੇ ਵਿੱਚ ਇਹ ਗੱਲ ਡਿਸਕਸ ਕੀਤੀ ਸੀ ਕਿ ਜਿਹੜਾ ਚਾਰਟਰਡ ਐਕਟ ਹੁੰਦਾ 1833 ਦੇ ਵਿੱਚ, ਇਹਦੇ ਵਿੱਚ ਕੀ ਕੀਤਾ ਗਿਆ ਸੀ, ਇੱਕ ਨਵੀਂ ਪੋਸਟ ਨੂੰ ਇੰਟਰੋਡਿਊਸ ਕੀਤਾ ਗਿਆ ਸੀ ਜਿਹਦਾ ਨਾਮ ਸੀ ਗਵਰਨਰ ਜਨਰਲ ਆਫ ਇੰਡੀਆ। ਠੀਕ ਹੈ, ਉਸ ਤੋਂ ਬਾਅਦ ਇਹ ਜਿਹੜਾ ਗਵਰਨਰ ਜਨਰਲ ਆਫ ਇੰਡੀਆ ਸੀਗਾ ਇਹ ਪੂਰੇ ਹੋਲ ਇੰਡੀਆ ਦਾ ਸੀਗਾ। ਇਹਨਾਂ ਦਾ ਪਹਿਲਾ ਨਾਮ ਕੀ ਸੀਗਾ, ਜਿਹੜੇ ਗਵਰਨਰ ਜਨਰਲ ਬਣੇ ਸੀ ਉਹ ਬਣੇ ਸੀ ਵਿਲੀਅਮ ਬੈਂਟਿਕ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਹ ਵੀ ਦੇਖਿਆ ਸੀਗਾ ਕਿ ਜਿਹੜਾ ਇਹ ਐਕਟ ਹੁੰਦਾ ਹੈ ਜਿੰਨੀ ਵੀ ਤੁਹਾਡੀ ਕਮਰਸ਼ੀਅਲ ਐਕਟੀਵਿਟੀਜ਼ ਹੁੰਦੀਆਂ ਨੇ ਕੰਪਨੀ ਦੀਆਂ ਉਹ ਖਤਮ ਕਰ ਦਿੰਦਾ ਹੈ। ਹੁਣ ਆਪਾਂ ਗੱਲ ਕਰਨ ਵਾਲੇ ਹਾਂ ਚਾਰਟਰਡ ਐਕਟ 1853 ਦੇ ਬਾਰੇ। ਜਿਹੜਾ ਚਾਰਟਰਡ ਐਕਟ ਹੁੰਦਾ ਹੈ 1853 ਇਹ ਕੀ ਕਰਦਾ ਹੈ, ਸਭ ਤੋਂ ਪਹਿਲਾਂ ਇਹਨੇ ਇੱਕ ਓਪਨ ਸਿਸਟਮ ਆਫ ਕੰਪੀਟੀਸ਼ਨ ਫॉर ਇੰਡੀਅਨ ਸਿਵਲ ਸਰਵਿਸਿਜ਼ ਇਹ ਓਪਨ ਕਰਦਾ ਹੈ। ਦੇਖੋ ਤੁਹਾਡੇ ਤੋਂ ਪੁੱਛ ਲਿੱਤਾ ਜਾਏਗਾ ਕਿ ਇੰਡੀਅਨ ਸਿਵਲ ਸਰਵਿਸਿਜ਼ ਲਈ ਜਿਹੜਾ ਕੰਪੀਟੀਸ਼ਨ ਹੈਗਾ ਵਾ ਉਹ ਕਿਹੜੇ ਐਕਟ ਦੇ ਦੌਰਾਨ ਓਪਨ ਕੀਤਾ ਜਾਂਦਾ ਹੈ। ਤੁਹਾਨੂੰ ਯਾਦ ਰੱਖਣਾ ਹੈ ਚਾਰਟਰਡ ਐਕਟ 1853 ਐਕਟ ਦੇ ਦੌਰਾਨ। ਜੇ ਤਾਂ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਪਹਿਲੇ ਪਰਸਨ ਕੌਣ ਸੀਗੇ ਜਿਨ੍ਹਾਂ ਨੇ ਇੰਡੀਅਨ ਸਿਵਲ ਸਰਵਿਸਿਜ਼ ਨੂੰ ਕਰੈਕ ਕੀਤਾ, ਤੇ ਇਹਦਾ ਆਨਸਰ ਆਏਗਾ ਸਤਿੰਦਰਨਾਥ ਟੈਗੋਰ। ਇਹ ਰਵਿੰਦਰਨਾਥ ਟੈਗੋਰ ਦੇ ਭਰਾ ਸੀਗੇ ਜਿਨ੍ਹਾਂ ਨੇ ਇਹ ਜਿਹੜੀ ਸਿਵਲ ਸਰਵਿਸਿਜ਼ ਹੈਗੀ ਹੈ ਉਹ ਕਲੀਅਰ ਕੀਤੀ ਸੀ। ਕਈ ਵਾਰੀ ਕੀ ਹੁੰਦਾ ਹੈ ਕਿ ਸਤਿੰਦਰਨਾਥ ਟੈਗੋਰ ਦਾ ਨਾਮ ਨਾ ਦੇ ਕੇ ਤੁਹਾਡਾ ਕਹਿ ਲਓ ਕਿ ਸੁਰਿੰਦਰਨਾਥ ਬੈਨਰਜੀ ਦਾ ਨਾਮ ਦਿੱਤਾ ਜਾਂਦਾ ਹੈ। ਉਹ ਸੈਕਿੰਡ ਸੀਗੇ ਜਿਨ੍ਹਾਂ ਨੇ ਇੰਡੀਅਨ ਸਿਵਲ ਸਰਵਿਸਿਜ਼ ਨੂੰ ਕਰੈਕ ਕੀਤਾ, ਬਟ ਪਹਿਲੇ ਕੌਣ ਸੀ, ਸਤਿੰਦਰਨਾਥ ਟੈਗੋਰ। ਉसी तरीके से ਇਹ ਵੀ ਕੁਐਸਚਨ ਆਉਂਦਾ ਹੈ ਕਿ ਜਿਹੜੇ ਫਾਦਰ ਹੁੰਦੇ ਨੇ ਸਿਵਲ ਸਰਵਿਸਿਜ਼ ਇੰਡੀਆ ਉਹ ਕਿਹਨੂੰ ਮੰਨਿਆ ਜਾਂਦਾ ਹੈ, ਉਹ ਲਾਰਡ ਚਾਰਲਸ ਕੌਰਨਵਾਲਿਸ ਨੂੰ ਮੰਨਿਆ ਜਾਂਦਾ ਹੈ, ਕਿਉਂਕਿ ਇਹਨਾਂ ਨੇ ਕਾਫੀ ਜ਼ਿਆਦਾ ਐਫਰਟਸ ਕੀਤੇ ਸੀ ਇੰਡੀਅਨ ਸਿਵਲ ਸਰਵਿਸਿਜ਼ ਨੂੰ ਮਾਡਰਨਾਈਜ਼ ਕਰਨ ਲਈ। ਹੁੰਦਾ ਕੀ ਸੀ ਕਿ ਬ੍ਰਿਟਿਸ਼ਰਸ ਜਿਹੜੇ ਹੈ ਉਹ ਅਲਾਓ ਹੀ ਨਹੀਂ ਕਰਦੇ ਸੀਗੇ ਕਿ ਤੁਹਾਡੇ ਕਹਿ ਲਓ ਕਿ ਜਿਹੜੇ ਇੰਡੀਅਨਸ ਹੈ ਉਹ ਸਿਵਲ ਸਰਵਿਸਿਜ਼ ਦਾ ਐਗਜ਼ਾਮ ਦੇ ਸਕਣ, ਕਿਉਂਕਿ ਇਹ ਚਾਹੁੰਦੇ ਸੀਗੇ ਕਿ ਅਸੀਂ ਸਿਰਫ ਇਹਨਾਂ ਦੇ ਕਲਰਕ ਵਗੈਰਾ ਬਣ ਕੇ ਰਹਿਣ। ਤੇ ਕਾਫੀ ਜ਼ਿਆਦਾ ਕੰਮ ਲਾਰਡ ਚਾਰਲਸ ਕੌਰਨਵਾਲਿਸ ਨੇ ਕੀਤਾ, ਇਸੇ ਲਈ ਇਹਨਾਂ ਨੂੰ ਫਾਦਰ ਆਫ ਇੰਡੀਅਨ ਸਿਵਲ ਸਰਵਿਸਿਜ਼ ਇਨ ਇੰਡੀਆ ਕਿਹਾ ਜਾਂਦਾ ਹੈ। ਬਾਕੀ ਦਾ ਸਾਰਾ ਪਾਰਟ ਇਹ ਹਿਸਟਰੀ ਦਾ ਹੈ ਕਿ ਕਿਉਂ ਕਿਹਾ ਜਾਂਦਾ ਹੈ, ਇਹ ਆਪਾਂ ਅੱਗੇ ਵਧਦੇ ਹਾਂ, ਇੰਨੇ ਸਾਡੇ ਲਈ ਇਹ ਚੀਜ਼ ਇੰਪੋਰਟੈਂਟ ਨਹੀਂ ਹੈਗੀ। ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਤੁਹਾਡਾ 1857 ਦਾ ਰਿਵੋਲਟ ਆਉਂਦਾ ਹੈ, ਭਾਰਤ ਦੀ ਪਹਿਲੀ ਕ੍ਰਾਂਤੀ ਆਉਂਦੀ ਹੈ। ਉਸ ਤੋਂ ਬਾਅਦ ਜਿਹੜਾ ਤੁਹਾਡਾ ਐਕਟ ਆਉਂਦਾ ਹੈ ਉਹਨੂੰ ਆਪਾਂ ਕਹਿੰਦੇ ਹਾਂ ਦ ਗਵਰਨਮੈਂਟ ਆਫ ਇੰਡੀਆ ਐਕਟ 1858। ਹੁਣ ਮੈਂ ਤੁਹਾਨੂੰ ਪਿੱਛੇ ਲੈ ਕੇ ਚੱਲਦੀ ਹਾਂ। ਪਿੱਛੇ ਆਪਾਂ ਇਹ ਗੱਲ ਕੀਤੀ ਸੀ ਕਿ ਜਦੋਂ ਆਪਾਂ ਬ੍ਰਿਟਿਸ਼ਰਸ ਦੇ ਬਾਰੇ ਗੱਲ ਕਰਦੇ ਹਾਂ, ਜਿਹੜੇ ਬ੍ਰਿਟਿਸ਼ਰਸ ਹੁੰਦੇ ਨੇ, ਠੀਕ ਹੈ, ਇਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਆਪਾਂ ਦੋ ਭਾਗਾਂ ਦੇ ਵਿੱਚ ਡਿਵਾਈਡ ਕਰਦੇ ਹਾਂ। ਇੱਕ ਤਾਂ ਕੰਪਨੀ ਦਾ ਐਡਮਿਨਿਸਟ੍ਰੇਸ਼ਨ ਹੋ ਗਿਆ, ਇੱਕ ਤੁਹਾਡਾ ਕਰਾਊਨ ਦਾ ਐਡਮਿਨਿਸਟ੍ਰੇਸ਼ਨ ਹੋ ਗਿਆ। ਹੁਣ ਮੈਂ ਤੁਹਾਨੂੰ ਕੰਪਨੀ ਦਾ ਐਡਮਿਨਿਸਟ੍ਰੇਸ਼ਨ ਦੇਖੋ ਕਰਵਾਤਾ, ਉਹਦੇ ਵਿੱਚ ਮੈਂ ਤੁਹਾਨੂੰ ਕਿਹੜੇ ਐਕਟ ਕਰਵਾਏ। ਸਭ ਤੋਂ ਪਹਿਲਾਂ ਤਾਂ ਆਪਾਂ ਰੈਗੂਲੇਟਿੰਗ ਐਕਟ ਕੀਤਾ 1773 ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਆਪਾਂ ਅਮੈਂਡਿੰਗ ਐਕਟ ਵੀ ਕੀਤਾ ਸੀਗਾ 1781 ਦਾ। ਫਿਰ ਉਸ ਤੋਂ ਬਾਅਦ ਆਪਾਂ ਕੀਤਾ ਸੀ ਪਿਟਸ ਇੰਡੀਆ ਐਕਟ 1784 ਦਾ। ਫਿਰ ਆਪਾਂ ਚਾਰਟਰਡ ਐਕਟ 1813 ਦਾ ਕੀਤਾ ਹੈ ਨਾ। ਫਿਰ ਉਸ ਤੋਂ ਬਾਅਦ ਆਪਾਂ ਚਾਰਟਰਡ ਐਕਟ 1833 ਦਾ ਕੀਤਾ। ਫਿਰ ਉਸ ਤੋਂ ਬਾਅਦ ਆਪਾਂ ਕੀਤਾ ਚਾਰਟਰਡ ਐਕਟ 1853। ਦੈਨ ਆਪਾਂ ਫਰਦਰ ਹੁਣ ਆ ਗਏ ਆਪਾਂ ਗਵਰਨਮੈਂਟ ਆਫ ਇੰਡੀਆ ਐਕਟ 1858 ਦੇ ਵਿੱਚ। ਇਹ ਐਕਟ ਕੀ ਹੁੰਦਾ ਹੈ, ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਤੁਹਾਡਾ ਈਸਟ ਇੰਡੀਆ ਕੰਪਨੀ ਹੁੰਦੀ ਹੈ, ਜਿਹੜੀ ਤੁਹਾਡੀ ਇੰਗਲੈਂਡ ਦੇ ਬ੍ਰਿਟਿਸ਼ਰਸ ਨੇ ਇੱਥੇ ਟ੍ਰੇਡ ਕਰਨ ਲਈ ਇਹਨਾਂ ਨੂੰ ਭੇਜਿਆ ਹੁੰਦਾ ਹੈ, ਇਹਨਾਂ ਨੂੰ ਕੀ ਕਰ ਦਿੱਤਾ ਜਾਂਦਾ ਹੈ, ਖਤਮ ਕਰ ਦਿੱਤਾ ਜਾਂਦਾ ਹੈ। ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਹੁਣ ਕੋਈ ਈਸਟ ਇੰਡੀਆ ਕੰਪਨੀ ਜਿਹੜੀ ਹੈ ਭਾਰਤ ਦੇ ਵਿੱਚ ਟ੍ਰੇਡ ਨਹੀਂ ਕਰੇਗੀ। ਜਿੰਨੇ ਵੀ ਮੈਂਬਰਸ ਹੈ ਤੁਸੀਂ ਆਪਣੇ ਵਾਪਸ ਆਪਣੇ ਦੇਸ਼ ਚਲੇ ਜਾਓ। ਤੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੇ ਤੋਂ ਪੁੱਛਿਆ ਜਾਏਗਾ ਕਿ ਈਸਟ ਇੰਡੀਆ ਕੰਪਨੀ ਨੂੰ ਖਤਮ ਕਦੋਂ ਕੀਤਾ ਜਾਂਦਾ ਹੈ। ਇਹ ਹੁੰਦਾ ਹੈ ਗਵਰਨਮੈਂਟ ਆਫ ਇੰਡੀਆ ਐਕਟ 1858। ਤੇ ਇਸ ਐਕਟ ਨੂੰ ਆਪਾਂ ਕਹਿੰਦੇ ਹਾਂ ਗੁੱਡ ਗਵਰਨਮੈਂਟ ਆਫ ਇੰਡੀਆ। ਗੁੱਡ ਗਵਰਨਮੈਂਟ ਆਫ ਇੰਡੀਆ ਕਿਉਂ ਕਿਹਾ ਜਾਂਦਾ ਹੈ? ਹੁੰਦਾ ਕੀ ਹੈ ਕਿ ਜਦੋਂ ਭਾਰਤ ਦੀ ਪਹਿਲੀ ਕ੍ਰਾਂਤੀ ਹੁੰਦੀ ਹੈ 1857 ਦਾ ਜਿਹੜਾ ਰਿਵੋਲਟ ਹੁੰਦਾ ਹੈ, ਇਸ ਵਿੱਚ ਲੋਕ ਜਿਹੜੇ ਹੁੰਦੇ ਆ ਉਹ ਅੰਗਰੇਜ਼ਾਂ ਤੋਂ ਬਹੁਤ ਜ਼ਿਆਦਾ ਤੰਗ ਆ ਚੁੱਕੇ ਹੁੰਦੇ ਆ, ਤਾਂ ਹੀ ਤਾਂ ਰਿਵੋਲਟ ਕਰਦੇ ਆ। ਤੇ ਅੰਗਰੇਜ਼ ਉਸ ਵਕਤ ਕੌਣ ਹੁੰਦੇ ਆ? ਈਸਟ ਇੰਡੀਆ ਕੰਪਨੀ ਦਾ ਹੁੰਦੀ ਹੈ। ਤੇ ਇੰਡੀਅਨਸ ਨੂੰ ਆਪਣੇ ਝਾਂਸੇ 'ਚ ਲੈ ਕੇ ਆਉਣ ਲਈ ਬ੍ਰਿਟਿਸ਼ਰਸ ਇਹ ਕਹਿੰਦੇ ਆ, ਜਿਹੜੇ ਰੀਅਲ ਬ੍ਰਿਟਿਸ਼ਰਸ ਇੰਗਲੈਂਡ ਹੁੰਦੇ, ਕਿ ਵੀ ਹੁਣ ਅਸੀਂ ਤੁਹਾਡੇ ਲਈ ਵਧੀਆ ਗਵਰਨਮੈਂਟ ਲੈ ਕੇ ਆਵਾਂਗੇ। ਇਹ ਐਕਟ ਜਿਹੜਾ ਹੈ ਉਹ ਗੁੱਡ ਗਵਰਨਮੈਂਟ ਆਫ ਇੰਡੀਆ ਐਕਟ ਹੋਏਗਾ। ਤੇ ਇਸੇ ਤਰੀਕੇ ਨਾਲ ਈਸਟ ਇੰਡੀਆ ਕੰਪਨੀ ਨੂੰ ਅਬੋਲਿਸ਼ ਕੀਤਾ ਜਾਂਦਾ ਹੈ। ਇਸੀ ਵਕਤ ਜਿਹੜਾ ਮੁਗਲ ਰੂਲਸ ਵੀ ਤੁਹਾਡਾ ਅਬੋਲਿਸ਼ ਹੋ ਚੁੱਕਾ ਜਾਂਦਾ ਹੈ। ਹੁਣ ਇਹ ਕੀ ਕਰਦੇ ਨੇ, ਇੱਕ ਨਵੀਂ ਪੋਸਟ ਨੂੰ ਇੰਟਰੋਡਿਊਸ ਕਰਦੇ ਨੇ। ਪੋਸਟ ਕੀ ਹੁੰਦੀ ਹੈ? ਜਿਹਨੂੰ ਆਪਾਂ ਕਹਿੰਦੇ ਹਾਂ ਵਾਇਸਰॉय। ਠੀਕ ਹੈ, ਜਿਵੇਂ ਪਹਿਲੇ ਗਵਰਨਰ ਜਨਰਲ ਆਫ ਬੰਗਾਲ ਬਣਿਆ, ਫਿਰ ਦੂਜਾ ਬਣਿਆ ਗਵਰਨਰ ਜਨਰਲ ਆਫ ਇੰਡੀਆ। ਹੁਣ ਇਸ ਐਕਟ ਦੇ ਤਹਿਤ ਦੇ ਵਿੱਚ ਇੱਕ ਹੋਰ ਪੋਸਟ ਨੂੰ ਇੰਟਰੋਡਿਊਸ ਕੀਤਾ ਜਾਂਦਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਵਾਇਸਰॉय।
ਹੁਣ ਵਾਇਸਰॉय ਆਪ ਤੁਹਾਡੇ ਤੋਂ ਪੁੱਛ ਲਿੱਤਾ ਜਾਏਗਾ ਕਿ ਜਿਹੜੇ ਫਰਸਟ ਵਾਇਸਰॉय ਹੈਗੇ ਉਹ ਕੌਣ ਬਣੇ। ਤੁਹਾਨੂੰ ਯਾਦ ਰੱਖਣਾ ਉਹਨਾਂ ਦਾ ਨਾਮ ਹੈ ਲਾਰਡ ਕੈਨਿੰਗ। ਲਾਰਡ ਕੈਨਿੰਗ ਨੂੰ ਪਹਿਲਾ ਵਾਇਸरॉय जो है बनाया गया। उसी तो बाद ਇਹਦੇ ਵਿੱਚ ਇੱਕ ਹੋਰ ਚੀਜ਼ ਨਵੀਂ ਹੋਈ ਕਿ नया एक ऑफिस ਜਿਹੜਾ है ਉਹ क्रिएट ਕੀਤਾ ਗਿਆ ਜਿਹਨੂੰ ਕਿਹਾ ਗਿਆ ਸੈਕਟਰੀ ਆਫ ਦ ਸਟੇਟ। ठीक है, एक नया ऑफिस क्रिएट किया गया जिन्हों की क्या गया सैकटरी ऑफ द स्टेट, जिदे विच तुहाडे 15 मैंबर्स भी रखे गए असिस्ट करन लई। ठीक है, हुण ਇੱਥੇ ਤੁਸੀਂ ਕੀ ਜਾਣਿਆ, ਇੱਕ ਵਾਇਸरॉय ਦੀ ਪੋਸਟ ਇੰਟਰੋਡਿਊਸ ਹੋਈ, ਇੱਕ ਨਵਾਂ ਆਫਿਸ ਹੋਇਆ ਇੰਟਰੋਡਿਊਸ ਜਿਹਨੂੰ ਆਪਾਂ ਸੈਕਟਰੀ ਆਫ ਸਟੇਟ ਕਿਹਾ ਤੇ 15 ਮੈਂਬਰਸ ਰੱਖੇ ਗਏ। ਹੁਣ ਪੂਰੇ ਇੰਡੀਆ ਨੂੰ ਸੰਭਾਲਣਾ ਹੈਗਾ ਤੇ ਇੰਨੀ ਸਾਰੀ ਪੋਸਟ ਤਾਂ ਇੰਟਰੋਡਿਊਸ ਕਰਨੀਆਂ ਹੀ ਪੈਣਗੀਆਂ ਤਾਂ ਹੀ ਤਾਂ ਉਹ ਪੂਰਾ ਸੰਭਾਲ ਪਾਓਗੇ, ਹਨਾ, ਕਿਉਂਕਿ ਇੱਕ ਤਰੀਕੇ ਨਾਲ ਅੰਗਰੇਜ਼ ਹੁਣ ਪੂਰੇ ਇੰਡੀਆ ਨੂੰ ਸੰਭਾਲਣ ਲਈ ਆ ਰਹੇ ਸੀਗੇ। ਹੁਣ ਅੱਗੇ ਗੱਲ ਕਰਦੇ ਹਾਂ। ਉਸ ਤੋਂ ਬਾਅਦ ਤੁਹਾਡਾ ਆਂਦਾ ਹੈ ਇੰਡੀਅਨ ਕੌਂਸਿਲ ਐਕਟ ਜਿਹਨੂੰ ਕਹਿੰਦੇ ਆ ਆਪਾਂ 1861 ਦਾ ਐਕਟ। ਹੁਣ ਇਹ ਕੀ ਕਰਦਾ ਹੈ ਕਿ ਜਿਹੜੀ ਤੁਹਾਡੀ ਵਾਇਸरॉय ਦੀ ਐਗਜ਼ੀਕਿਊਟਿਵ ਕੌਂਸਲ ਹੁੰਦੀ ਹੈ, ਜਿਵੇਂ ਤੁਸੀਂ ਦੇਖਿਆ ਕਿ 15 ਮੈਂਬਰਸ ਰੱਖੇ ਗਏ ਹਨਾ, ਇਹਨੂੰ ਵਧਾ ਦਿੰਦਾ ਹੈ। ਠੀਕ ਹੈ, ਇਹਦੇ ਵਿੱਚ ਕੀ ਕਰਦਾ ਹੈ, ਨੌਨ ਆਫੀਸ਼ੀਅਲ ਮੈਂਬਰਸ ਨੂੰ ਇੰਟਰੋਡਿਊਸ ਕਰਦਾ ਹੈ। ਨੌਨ ਆਫੀਸ਼ੀਅਲ ਮੈਂਬਰ ਦਾ ਮਤਲਬ ਕੀ ਹੁੰਦਾ ਹੈ ਕਿ ਹੁਣ ਜਿਹੜੇ ਇੰਡੀਅਨਸ ਵੀ ਹੈਗੇ ਨਾ ਉਹ ਵੀ ਇਨਕਲੂਡ ਹੋਣੇ ਸ਼ੁਰੂ ਹੋ ਜਾਂਦੇ ਇਹਨਾਂ ਦੇ ਪਾਰਲੀਮੈਂਟ ਦੇ ਵਿੱਚ। ਪਹਿਲੇ ਇਨਕਲੂਡ ਨਹੀਂ ਹੁੰਦੇ ਸੀਗੇ, ਪਹਿਲੇ ਜਗ੍ਹਾ ਨਹੀਂ ਦਿੰਦੇ ਸੀਗੇ, ਬਟ ਇਹਨਾਂ ਨੂੰ ਸਮਝ ਆ ਗਿਆ ਕਿ ਇੰਡੀਅਨਸ ਹੁਣ ਇੰਨੇ ਵਧੀਆ ਤਰੀਕੇ ਨਾਲ ਮੰਨਣ ਨਹੀਂ ਵਾਲੇ, ਤਾਂ ਇੱਕ ਤਰੀਕੇ ਨਾਲ ਨੌਨ ਆਫੀਸ਼ੀਅਲ ਮੈਂਬਰਸ ਜਿਹੜੇ ਨੇ ਉਹ ਇਨਕਲੂਡ ਕੀਤੇ ਗਏ ਤੇ ਪਹਿਲੀ ਵਾਰ ਇਹ ਇੱਦਾਂ ਹੋਇਆ। ਇਸ ਲਈ ਤੁਹਾਨੂੰ ਇੱਥੇ ਯਾਦ ਰੱਖਣਾ ਹੈ ਕਿ ਐਕਟ ਜਿਹੜਾ ਇੰਡੀਅਨ ਕੌਂਸਲ ਐਕਟ 1861 ਹੈ, ਇਹਦੇ ਵਿੱਚ ਪਹਿਲੀ ਵਾਰ ਇੱਦਾਂ ਹੋਇਆ ਕਿ ਨੌਨ ਆਫੀਸ਼ੀਅਲ ਮੈਂਬਰਸ ਨੂੰ ਵੀ ਤੁਹਾਡਾ ਐਡਅਪ ਕੀਤਾ ਗਿਆ। ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ, ਅਗਲੇ ਵਿੱਚ ਸਾਡਾ ਆਂਦਾ ਇੰਡੀਅਨ ਕੌਂਸਲ ਐਕਟ ਜਿਹੜਾ ਹੈ 1892। ਹੁਣ ਇੱਥੇ ਕੁਐਸਚਨ ਆ ਜਾਏਗਾ ਕਿ ਕਿਹਦੇ ਵਿੱਚ ਪਹਿਲੀ ਵਾਰ ਜਿਹੜਾ ਹੈ ਬਜਟ ਦੀ ਪਾਵਰ, ਜਿਹੜੀ ਬਜਟ ਹੈਗਾ ਉਹ ਤੁਹਾਡਾ ਇੱਕ ਤਰੀਕੇ ਨਾਲ ਇੰਟਰੋਡਿਊਸ ਕੀਤਾ ਗਿਆ, ਡਿਸਕਸ਼ਨ ਆਫ ਦਾ ਬਜਟ, ਤੇ ਤੁਹਾਨੂੰ ਯਾਦ ਰੱਖਣਾ ਹੈ ਕਿ ਉਹ ਹੈਗਾ ਸਾਡਾ ਇੰਡੀਅਨ ਕੌਂਸਲ ਐਕਟ 1892 ਦੇ ਵਿੱਚ ਇਹਦੇ ਵਿੱਚ ਹੋਇਆ। ਠੀਕ ਹੈ, ਬਜਟ ਜਿਹੜਾ ਹੈ ਡਿਸਕਸ਼ਨ ਉਹ ਕਿਹੜੇ ਐਕਟ ਦੇ ਵਿੱਚ ਹੋਇਆ, 1892 ਦੇ ਐਕਟ ਦੇ ਵਿੱਚ। फिर उस तो बाद साडा आंदा है इंडियन कौंसिल एक्ट 1909। याद रखिएगा इनू आपां कहने मॉरले मिंटो रिफॉर्म्स। एक क्वेश्चन इदा भी आंदा है कि मॉरले मिंटो रिफॉर्म्स जिहड़े ने कदों आए, 1909 दे विच आए। ये भी पूछ लिता जाता है कि मॉरले मिंटो रिफॉर्म्स नू आपां होर की कहने आ, ते इनू आपां कहने इंडियन कौंसिल एक्ट 1909। ਇਹਦੇ ਵਿੱਚ ਕੀ ਕੀਤਾ ਗਿਆ ਕਿ ਜਿਹੜੀ ਤੁਹਾਡੀ ਲੈਜਿਸਲੇਟਿਵ ਕੌਂਸਲ ਸੀਗੀ ਉਹਨੂੰ ਇਨਕਰੀਜ਼ ਕਰ ਦਿੱਤਾ ਗਿਆ 16 ਤੋਂ ਲੈ ਕੇ 60 ਤੱਕ, ਯਾਨੀ ਕਿ ਹੋਰ ਮੈਂਬਰਸ ਐਡ ਅਪ ਕਰ ਦਿੱਤੇ ਗਏ। ਤੇ ਇੱਥੇ ਇੱਕ ਹੋਰ ਚੀਜ਼ ਹੋਈ ਕਿ ਵਾਇਸरॉय ਦੀ ਐਗਜ਼ੀਕਿਊਟਿਵ ਕੌਂਸਲ ਲਈ ਪਹਿਲੀ ਵਾਰ ਇੱਕ ਇੰਡੀਅਨ ਨੂੰ ਨੋਮੀਨੇਟ ਕੀਤਾ ਗਿਆ ਜਿਹਦਾ ਨਾਮ ਸੀ ਸਤਿੰਦਰ ਪ੍ਰਸਾਦ ਸਿਨਹਾ। ਤੇ ਕੁਐਸਚਨ ਆ ਜਾਏਗਾ ਕਿ ਫਸਟ ਇੰਡੀਅਨ ਟੂ ਬੀ ਨੋਮੀਨੇਟਡ ਜਿਨ੍ਹਾਂ ਨੂੰ ਐਜ਼ ਅ ਲਾਅ ਮੈਂਬਰ ਵਾਇਸरॉय ਦੀ ਐਗਜ਼ੀਕਿਊਟਿਵ ਵਿੱਚ ਕੀਤਾ ਗਿਆ ਉਹ ਕੌਣ ਸੀ, ਤੁਹਾਨੂੰ ਯਾਦ ਰੱਖਣਾ ਸਤਿੰਦਰ ਪ੍ਰਸਾਦ। ਇਹਨੂੰ ਕਿਸ ਤਰੀਕੇ ਨਾਲ ਯਾਦ ਰੱਖ ਸਕਦੇ ਹੋ, ਸਤਿੰਦਰ ਨਾਥ ਟੈਗੋਰ ਪਹਿਲੇ ਇੰਡੀਅਨ ਸਿਵਲ ਸਰਵਿਸਿਜ਼ ਕਲੀਅਰ ਕਰਨ ਵਾਲੇ ਬੰਦੇ ਸੀ, ਤੇ ਸਤਿੰਦਰ ਪ੍ਰਸਾਦ ਸਿਨਹਾ ਸੀਗੇ ਉਹ ਕੌਣ ਸੀਗੇ, ਫਸਟ ਇੰਡੀਅਨ ਸੀ ਜਿਨ੍ਹਾਂ ਨੂੰ ਐਜ਼ ਅ ਨੋਮੀਨੇਟਡ ਕੀਤਾ ਗਿਆ ਲਾਅ ਮੈਂਬਰ ਲਈ। ਉਸ ਤੋਂ ਬਾਅਦ ਕੀ ਹੋਇਆ, ਇਹਦੇ ਵਿੱਚ ਹੋਰ ਇੱਕ ਬਹੁਤ ਵਧੀਆ ਮਤਲਬ ਕਹਿ ਲਓ ਇੱਕ ਚੀਜ਼ ਹੋਈ, ਇਹਦੇ ਵਿੱਚ ਨਾ ਕਮਿਊਨਲ ਇਲੈਕਟੋਰੇਟ ਜਿਹੜਾ ਹੈ ਇੰਟਰੋਡਿਊਸ ਹੋਇਆ। ਮਤਲਬ ਕੀ ਸੀ, ਉਸ ਵਕਤ ਹੁੰਦਾ ਕੀ ਪਿਆ ਸੀਗਾ, ਬ੍ਰਿਟਿਸ਼ਰਸ ਚਾਹੁੰਦੇ ਸੀਗੇ ਕਿ ਅਸੀਂ ਆਪਣੇ ਆਪਸ ਦੇ ਵਿੱਚ ਲੜੀਏ, तो की करनगे वो मुस्लिम्स ते हिंदूज़ दे विच लड़ाई करवाना चाहते सीगे। ਉਹਨਾਂ ਨੂੰ ਇਹ ਗੱਲ ਪਤਾ ਸੀ ਕਿ ਜਿਹੜੀ ਮੁਸਲਿਮ ਜਿਹੜੀ ਹੈ ਉਹਨਾਂ ਦੀ ਇੰਨੀ ਜਨਸੰਖਿਆ ਨਹੀਂ ਹੈਗੀ ਹੈ ਭਾਰਤ ਦੇ ਵਿੱਚ, ਤੇ ਇੱਕ ਤਰੀਕੇ ਨਾਲ ਮੁਸਲਿਮ ਜਿਹੜੇ ਨੇ ਤੇ ਥੋੜੇ ਜਿਹੇ ਪਿੱਛੇ ਰਹਿ ਗਏ ਸੀ ਹਿੰਦੂਆਂ ਤੋਂ, ਤੇ ਉਹ ਕੀ ਕਹਿੰਦੇ ਕਿ ਆਓ ਅਸੀਂ ਤੁਹਾਨੂੰ ਆਪਣੀ ਕੌਂਸਲਸ ਦੇ ਵਿੱਚ ਨਾ ਮੁਸਲਿਮਸ ਨੂੰ ਇੱਕ ਤਰੀਕੇ ਨਾਲ ਸੈਪਰੇਟ ਰਿਪਰੈਜ਼ੈਂਟੇਸ਼ਨ ਦਿੰਨੇ ਆ ਕਿ ਆਪਣੇ ਜਿਹੜੇ ਰਿਪਰੈਜ਼ੈਂਟੇਟਿਵ ਨੂੰ ਇਲੈਕਟ ਕਰੋ, ਠੀਕ ਹੈ, ਤੇ ਮੁਸਲਿਮਸ ਆਪਣੇ ਰਿਪਰੈਜ਼ੈਂਟੇਟਿਵ ਨੂੰ ਇਲੈਕਟ ਕਰ ਸਕਦੇ ਸੀ। ਮਤਲਬ ਇੱਕ ਹਿੰਦੂ ਤੇ ਮੁਸਲਿਮ ਦੇ ਵਿੱਚ ਲੜਾਈ ਪਵਾਉਣ ਲਈ ਇਹ ਕੰਮ ਕੀਤਾ ਗਿਆ। ਹੁਣ ਇੱਥੇ ਕੁਐਸਚਨ ਆ ਜਾਂਦਾ ਹੈ ਕਿ ਜਿਹੜਾ ਕਮਿਊਨਲ ਇਲੈਕਟੋਰੇਟ ਦਾ ਸਿਸਟਮ ਹੈਗਾ ਉਹ ਕਿਹੜੇ ਐਕਟ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ, ਉਹ ਮੋਰਲੇ ਮਿੰਟੋ ਰਿਫਾਰਮਸ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ। ਉਸ ਤੋਂ ਬਾਅਦ ਫਾਦਰ ਆਫ ਕਮਿਊਨਲ ਇਲੈਕਟੋਰੇਟ ਜਿਹੜਾ ਉਹ ਕਿਹਨੂੰ ਕਿਹਾ ਗਿਆ, ਇਹ ਮਿੰਟੋ ਨੂੰ ਕਿਹਾ ਗਿਆ ਸੀਗਾ, ਠੀਕ ਹੈ। ਇਹ ਦੋ ਗੱਲਾਂ ਇਹਦੇ ਵਿੱਚ ਯਾਦ ਰੱਖਣੀਆਂ। ਉਸ ਤੋਂ ਬਾਅਦ ਜਿਹੜਾ ਸਾਡਾ ਆਂਦਾ ਇਹਨੂੰ ਆਪਾਂ ਕਹਿੰਦੇ ਗਵਰਨਮੈਂਟ ਆਫ ਇੰਡੀਆ ਐਕਟ 1919। ਗਵਰਨਮੈਂਟ ਆਫ ਇੰਡੀਆ ਐਕਟ ਨੂੰ ਆਪਾਂ ਇਹਨੂੰ ਕਹਿੰਦੇ ਮੌਂਟੇਗੋ ਕੈਂਪਸਟੋਨ ਰਿਫਾਰਮਸ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੋਇਆ, ਇਹਦੇ ਵਿੱਚ ਡਿਊਲ ਗਵਰਨਮੈਂਟ ਇੱਕ ਤਰੀਕੇ ਨਾਲ ਇੰਟਰੋਡਿਊਸ ਹੋਈ। ਡਿਊਲ ਗਵਰਨਮੈਂਟ ਦਾ ਮਤਲਬ ਤੁਸੀਂ ਕਹਿ ਲਓ ਦੋ ਤਰੀਕੇ ਨਾਲ ਇਹਦੇ ਵਿੱਚ ਇਸ ਐਕਟ ਦੇ ਵਿੱਚ ਡਿਆਰਚੀ ਇੰਟਰੋਡਿਊਸ ਹੋਈ। ਡਿਆਰਚੀ ਦਾ ਮਤਲਬ ਸਮਝਦੇ ਹੋ, ਜਿਵੇਂ ਇਹਦੇ ਵਿੱਚ ਨਾ ਦੋ ਸਬਜੈਕਟਸ ਇੰਟਰੋਡਿਊਸ ਕੀਤੇ ਗਏ,
ਇੱਕ ਤੁਹਾਡੇ ਹੁੰਦੇ ਆ ਰਿਜ਼ਰਵਡ ਸਬਜੈਕਟਸ, ਇੱਕ ਹੁੰਦੇ ਹੈ ਤੁਹਾਡੇ ਟਰਾਂਸਫਰਡ ਸਬਜੈਕਟ। ਹੁਣ ਮੈਮ ਇਹ ਰਿਜ਼ਰਵਡ ਸਬਜੈਕਟ ਤੇ ਟਰਾਂਸਫਰ ਸਬਜੈਕਟਸ ਕੀ ਸੀਗੇ, ਇਹਨਾਂ ਨੂੰ ਨਾ ਅਸੀਂ ਕੁਐਸਚਨ ਦੇ ਹੈਲਪ ਨਾਲ ਕਰਾਂਗੇ ਤੁਹਾਨੂੰ, ਤਾਂ ਕਿ ਤੁਹਾਨੂੰ ਸਮਝ ਆ ਸਕੇ। ਐਕਚੁਅਲੀ ਕੀ ਸੀਗਾ ਕਿ ਦੋ ਤਰੀਕੇ ਨਾਲ ਪਾਵਰ ਨੂੰ ਡਿਵਾਈਡ ਕਰ ਦਿੱਤਾ ਗਿਆ ਸੀ। ਬਸ ਤੁਸੀਂ ਇਹਦੇ ਵਿੱਚ ਹਲਕਾ ਇੰਨਾ ਹੀ ਯਾਦ ਹਜੇ ਰੱਖਣਾ ਹੈ ਕਿ ਤੁਸੀਂ ਕਹਿ ਲਓ ਕਿ ਕਿਹਦੇ ਵਿੱਚ DRC ਇੰਟਰੋਡਿਊਸ ਕੀਤੀ ਗਈ ਸੀਗੀ, ਉਹ ਗਵਰਨਮੈਂਟ ਆਫ ਇੰਡੀਆ ਐਕਟ 1919 ਐਕਟ ਦੇ ਵਿੱਚ ਸੀਗੀ। ਠੀਕ ਹੈ, ਤੇ ਆਹ ਸਾਡੇ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਆਂਦਾ ਹੈ, ਅੱਗੇ ਵੱਧਦੇ ਆ, ਇਹ ਥੋੜਾ ਅੱਗੇ ਚਲਾ ਗਿਆ, ਜਸਟ ਅ ਸੈਕਿੰਡ। ਦੈਨ ਫਰਦਰ ਅਸੀਂ ਗੱਲ ਕਰੀਏ ਤੇ ਸਾਡੇ ਅਗਲਾ ਜਿਹੜਾ ਐਕਟ ਆਂਦਾ ਹੈਗਾ ਉਹ ਗਵਰਨਮੈਂਟ ਆਫ ਇੰਡੀਆ ਐਕਟ ਆਂਦਾ 1935। ਆ ਜਿਹੜੇ ਵੀ ਦੋ ਐਕਟਸ ਜਿਹੜੇ ਬੱਚੇ ਨੇ ਕਾਫੀ ਜ਼ਿਆਦਾ ਇੰਪੋਰਟੈਂਟ ਐਕਟ ਹੁੰਦੇ ਨੇ, ਇਹ ਮੈਂ ਤੁਹਾਨੂੰ ਕਰਾਵਾਂਗੀ ਕੁਐਸਚਨਸ ਦੀ ਹੈਲਪ ਨਾਲ। ਠੀਕ ਹੈ, ਇਹ ਜਦੋਂ ਮੈਂ ਤੁਹਾਡੇ ਲਈ ਕੁਐਸਚਨਸ ਲੈ ਕੇ ਆਵਾਂਗੀ MCQs, ਹਜੇ ਮੈਂ ਇਹਦੇ ਵਿੱਚ MCQs ਵੀ ਤੁਹਾਨੂੰ ਬਹੁਤ ਸਾਰੇ ਕਰਵਾਣੇ ਆ, ਉਹ ਸ਼ਾਇਦ ਅੱਜ ਤੋਂ ਜਾਂ ਕੱਲ ਤੋਂ ਹੀ ਸਟਾਰਟ ਹੋ ਜਾਣਗੇ, ਕਿਉਂਕਿ ਜਿੱਦਾਂ ਜਿੱਦਾਂ ਥਿਊਰੀ ਪੜ੍ਹਦੇ ਜਾਓਗੇ ਤੁਹਾਨੂੰ ਕੁਐਸਚਨਸ ਵੀ ਆਣੇ ਚਾਹੀਦੇ ਕਿ ਕਿੱਦਾਂ ਆਪਾਂ ਥਿਊਰੀ ਨੂੰ ਕੁਐਸਚਨਸ 'ਚ ਕਨਵਰਟ ਕਰਨਾ ਹੈਗਾ। ਠੀਕ ਹੈ, ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਕਰਵਾਵਾਂਗੀ। ਹੁਣ ਦੇਖੋ ਇਹਦੇ ਵਿੱਚ RBI ਕਿਹਦੇ ਵਿੱਚ ਇਸਟੈਬਲਿਸ਼ ਕੀਤੀ ਗਈ ਸੀ, ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਵੀ ਫੈਡਰਲ ਕੋਰਟ ਐਟ ਦਾ ਸੈਂਟਰ ਇਹਦੇ ਵਿੱਚ ਵੀ ਇਸਟੈਬਲਿਸ਼ ਕੀਤਾ ਗਿਆ ਸੀ, ਇੰਨਾ ਕੁ ਯਾਦ ਰੱਖ ਲੈਣਾ। ਹੁਣ ਅਸੀਂ ਗੱਲ ਕਰਨ ਵਾਲੇ ਹਾਂ ਆਪਣੇ ਕੌਨਸਟੀਟਿਊਸ਼ਨ ਦੇ ਬਾਰੇ, ਕਿ ਸਾਡਾ ਜਿਹੜਾ ਇਹ ਤੁਹਾਨੂੰ ਮੈਨੂੰ ਲੱਗਦਾ ਕਿ ਜਿਹੜੀ ਹਿਸਟਰੀ ਸੀਗੀ ਇਹ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆ ਗਈ ਹੋਣੀ ਕਿ ਕਿਸ ਤਰੀਕੇ ਨਾਲ ਇਹ ਹਿਸਟੋਰੀਕਲ ਡਿਵੈਲਪਮੈਂਟ ਜਿਹੜੀ ਹੈ ਹੁੰਦੀ ਹੈ ਨਾ। ਹੁਣ ਅਸੀਂ ਗੱਲ ਕਰਦੇ ਹਾਂ ਆਪਣੇ ਕੌਨਸਟੀਟਿਊਸ਼ਨ ਬਾਰੇ ਕਿ ਤੁਹਾਨੂੰ ਕੀ ਗੱਲ ਜਿਹੜੀ ਹੈ ਯਾਦ ਰੱਖਣੀ ਹੈ। ਸਭ ਤੋਂ ਪਹਿਲਾਂ ਤਾਂ ਕੁਝ ਗੱਲਾਂ ਤੁਹਾਨੂੰ ਦੱਸਣਾ ਚਾਹਾਂਗੀ ਜਿਹੜੀ ਤੁਹਾਨੂੰ ਆਪਣੇ ਮਾਈਂਡ ਦੇ ਵਿੱਚ ਰੱਖਣੀ ਹੈ। ਦੇਖੋ ਜਦੋਂ ਅਸੀਂ ਆਪਣੇ ਇੰਡੀਅਨ ਕੌਨਸਟੀਟਿਊਸ਼ਨ ਦੀ ਗੱਲ ਕਰਦੇ ਹੈਗੇ ਆ, ਠੀਕ ਹੈ, ਕੌਨਸਟੀਟਿਊਸ਼ਨ ਜਿਹੜਾ ਹੈਗਾ ਇਹਦਾ ਮਤਲਬ ਅਸੀਂ ਕਹਿੰਦੇ ਆ ਕਿ ਜਿਹੜਾ ਇੰਡੀਆ ਦਾ ਕੌਨਸਟੀਟਿਊਸ਼ਨ ਹੈਗਾ ਇਹ ਸਭ ਤੋਂ ਜ਼ਿਆਦਾ ਲੌਂਗੈਸਟ ਕੌਨਸਟੀਟਿਊਸ਼ਨ ਹੈ, ਸਭ ਤੋਂ ਵੱਡਾ ਕੌਨਸਟੀਟਿਊਸ਼ਨ ਹੈ। ਤੇ ਆਪਾਂ ਇਹਨੂੰ ਕਈ ਵਾਰੀ ਕੀ ਕਹਿੰਦੇ ਆ ਕਿ ਇਹ ਇੱਕ ਤਰੀਕੇ ਦਾ ਰਿਟਨ ਕੌਨਸਟੀਟਿਊਸ਼ਨ ਵੀ ਮੰਨਿਆ ਜਾਂਦਾ ਹੈ। ਠੀਕ ਹੈ, ਰਿਟਨ ਕੌਨਸਟੀਟਿਊਸ਼ਨ ਹੈ। ਕਈ ਵਾਰੀ ਕਹਿੰਦੇ ਆ ਕਿ ਕੋਈ ਕੰਟਰੀਜ਼ ਦਾ ਕੌਨਸਟੀਟਿਊਸ਼ਨ ਜਿਹੜਾ ਹੁੰਦਾ ਹੈ ਉਹ ਅਨਰਿਟਨ ਹੁੰਦਾ ਹੈ। ਅਨਰਿਟਨ ਦਾ ਮਤਲਬ ਜਿਹੜਾ ਲਿਖਿਆ ਗਿਆ ਨਹੀਂ ਹੈਗਾ। ਤੇ ਇਹਦਾ ਮਤਲਬ ਕੀ ਹੈਗਾ ਕਿ ਉਹਨਾਂ ਨੇ ਰੂਲਸ ਆਪਣੇ ਲਿਖੇ ਨਹੀਂ ਹੈਗੇ, ਦਿਮਾਗ 'ਚ ਹੈਗੇ, ਇੱਦਾਂ ਕੁਝ ਨਹੀਂ ਹੈ। ਸਾਡਾ ਜਿਹੜਾ ਕੌਨਸਟੀਟਿਊਸ਼ਨ ਹੈਗਾ ਉਹ ਸਾਡੀ ਕੌਨਸਟੀਟਿਊਸ਼ਨ ਅਸੈਂਬਲੀ ਦੁਆਰਾ ਬਣਾਇਆ ਗਿਆ ਹੈ, ਇਸੇ ਕਰਕੇ ਇਸ ਨੂੰ ਅਸੀਂ ਰਿਟਨ ਕੌਨਸਟੀਟਿਊਸ਼ਨ ਕਹਿੰਦੇ ਹਾਂ। ਹੁਣ ਇਹ ਸਭ ਤੋਂ ਪਹਿਲਾਂ ਇੱਕ ਗੱਲ ਯਾਦ ਰੱਖਣੀ ਹੈ ਤੁਹਾਨੂੰ ਕਿ ਕੌਨਸਟੀਟਿਊਸ਼ਨ ਅਸੈਂਬਲੀ ਜਿਹੜੀ ਇਹਦੇ ਵਿੱਚ ਕੁਝ ਮੈਂਬਰਸ ਸੀਗੇ ਸਾਡੇ ਜਿਨ੍ਹਾਂ ਨੇ ਸਾਡਾ ਕੌਨਸਟੀਟਿਊਸ਼ਨ ਬਣਾਇਆ, ਉਹਨੂੰ ਕੌਨਸਟੀਟਿਊਸ਼ਨ ਅਸੈਂਬਲੀ ਕਹਿਤੀ। ਕਿੰਨੇ ਆਈਡੀਆ ਦਿੱਤਾ ਕਿ ਸਾਨੂੰ ਕੌਨਸਟੀਟਿਊਸ਼ਨ ਅਸੈਂਬਲੀ ਜਿਹੜੀ ਉਹ ਬਣਾਉਣੀ ਚਾਹੀਦੀ ਹੈ ਇੰਡੀਪੈਂਡੈਂਟ ਇੰਡੀਆ ਦੀ, ਇਹ ਤੁਹਾਨੂੰ ਯਾਦ ਰੱਖਣਾ ਹੈ। ਉਹਨਾਂ ਦਾ ਨਾਮ ਹੈ MN ਰॉय। ਕਦੋਂ ਦਿੱਤਾ? ਇੰਡੀਆ ਦੇ ਵਿੱਚ 1934 ਦੇ ਵਿੱਚ ਦਿੱਤਾ। ਠੀਕ ਹੈ, ਹੁਣ ਕੌਨਸਟੀਟਿਊਸ਼ਨ ਅਸੈਂਬਲੀ ਜਿਹੜੀ ਹੈ ਉਹ ਕਿਹੜੇ ਪਲਾਨ ਦੇ ਤਹਿਤ ਬਣੀ, ਕਿਹਦੀ ਗਾਈਡਲਾਈਨਸ ਦੇ ਪਲਾਨ ਦੇ ਤਹਿਤ ਬਣੀ? ਉਹ ਸਾਡੀ ਬਣੀ ਕੈਬਨਿਟ ਮਿਸ਼ਨ ਪਲਾਨ ਇੱਕ ਆਇਆ ਸੀ ਭਾਰਤ ਦੇ ਵਿੱਚ 1946 ਦੇ ਤਹਿਤ, ਇਹਦੇ ਤਹਿਤ ਬਣੀ। ਹੁਣ ਇੱਥੇ ਕੁਐਸਚਨ ਆ ਜਾਏਗਾ ਕਿਹੜੇ ਪਲਾਨ ਦੇ ਤਹਿਤ, ਕਿਹੜੇ ਮਿਸ਼ਨ ਦੇ ਤਹਿਤ ਕੌਨਸਟੀਟਿਊਸ਼ਨ ਅਸੈਂਬਲੀ ਨੂੰ ਫਰੇਮਡ ਕੀਤਾ ਗਿਆ। ਉਸ ਤੋਂ ਬਾਅਦ ਜਦੋਂ ਸਾਡੀ ਕੌਨਸਟੀਟਿਊਸ਼ਨ ਅਸੈਂਬਲੀ ਬਣੀ ਸੀ ਉਦੋਂ ਉਹਦੇ ਮੈਂਬਰਸ ਕਿੰਨੇ ਸੀ? 389। ਬਟ ਹੋਇਆ ਕਿ ਪਾਰਟੀਸ਼ਨ ਤੋਂ ਬਾਅਦ ਸਾਡੇ ਜਿਹੜੇ ਮੈਂਬਰਸ ਰਹਿ ਗਏ ਸੀ ਉਹ ਰਹਿ ਗਏ ਸੀ 299 ਮੈਂਬਰਸ। ਇਹ ਵੀ ਕੁਐਸਚਨ ਆਸਕ ਕਰ ਲਿੱਤਾ ਜਾਂਦਾ ਹੈ ਕਿ ਜਦੋਂ ਕੌਨਸਟੀਟਿਊਸ਼ਨ ਫਰੇਮ ਹੋਇਆ ਸੀ ਉਦੋਂ ਕਿੰਨੇ ਮੈਂਬਰ ਸੀਗੇ? 389। ਬਟ ਜਦੋਂ ਸਾਡਾ ਪਾਰਟੀਸ਼ਨ ਹੁੰਦਾ ਹੈ ਤਾਂ 299 ਮੈਂਬਰਸ ਜਿਹੜੇ ਨੇ ਉਹ ਰਿਮੇਨ ਰਹਿ ਜਾਂਦੇ ਨੇ। ਇੰਨੀ ਗੱਲ ਆਈ ਥਿੰਕ ਤੁਹਾਨੂੰ ਸਮਝ ਆ ਗਈ ਹੋਣੀ। ਉਸ ਤੋਂ ਬਾਅਦ ਜਿਹੜੀ ਸਾਡੀ ਇਲੈਕਸ਼ਨ ਹੁੰਦੇ ਨੇ ਅਸੈਂਬਲੀ ਨੂੰ ਬਣਾਉਣ ਲਈ ਉਹ ਹੁੰਦੇ ਕਦੋਂ ਨੇ? ਜੁਲਾਈ ਅਗਸਤ 1946 ਦੇ ਵਿੱਚ। ਤਾਂ ਤੁਹਾਨੂੰ ਇਹ ਈਅਰ ਯਾਦ ਰੱਖਣਾ ਕਿ 1946 ਦੇ ਵਿੱਚ ਪਹਿਲਾ ਇਲੈਕਸ਼ਨ ਹੁੰਦਾ ਹੈਗਾ, ਕਿਸ ਲਈ? ਕੌਨਸਟੀਟਿਊਸ਼ਨ ਅਸੈਂਬਲੀ ਲਈ। ਠੀਕ ਹੈ, ਤੇ ਜਿਹੜਾ ਫਰਸਟ ਇਲੈਕਸ਼ਨ ਹੈਗਾ ਤੁਸੀਂ ਦੇਖੋ ਡੇਟ ਪੂਰੀ ਯਾਦ ਤੁਹਾਨੂੰ ਰੱਖਣੀ ਪਏਗੀ, 9 ਦਸੰਬਰ 1946 ਵਿੱਚ ਪਹਿਲਾ ਇਲੈਕਸ਼ਨ ਹੁੰਦਾ ਹੈ ਔਰ ਇਹਦੇ ਵਿੱਚ ਮੈਂਬਰਸ ਜਿਹੜੇ ਨੇ ਅਟੈਂਡ ਕਰਦੇ ਨੇ 211 ਮੈਂਬਰਸ। ਠੀਕ ਹੈ, ਹੁਣ ਇਹਦੇ ਵਿੱਚ ਇੱਕ ਗੱਲ ਹੋਰ ਹੈ, ਕੁਐਸਚਨ ਆ ਜਾਂਦਾ ਹੈ ਕਿ ਜਿਹੜੇ ਤੁਹਾਡੇ ਟੈਂਪਰੇਰੀ ਪ੍ਰੈਜ਼ੀਡੈਂਟ ਹੁੰਦੇ ਨੇ, ਟੈਂਪਰੇਰੀ ਪ੍ਰੈਜ਼ੀਡੈਂਟ ਕੌਣ ਬਣਦੇ ਨੇ? ਡਾਕਟਰ ਸਚਿੰਦਰਨਾਥ ਸਿਨਹਾ, ਇਹ ਟੈਂਪਰੇਰੀ ਪ੍ਰੈਜ਼ੀਡੈਂਟ ਬਣਦੇ ਨੇ। ਉਸ ਤੋਂ ਬਾਅਦ ਕੀ ਹੁੰਦਾ? ਜਦੋਂ ਪੂਰੇ ਇਲੈਕਸ਼ਨ ਵਗੈਰਾ ਹੋ ਜਾਂਦੇ ਨੇ ਕੰਪਲੀਟ, ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਜਿਹੜੇ ਡਾਕਟਰ ਰਾਜਿੰਦਰ ਪ੍ਰਸਾਦ ਹੁੰਦੇ ਨੇ ਇਹ ਪਰਮਾਨੈਂਟ ਕੌਨਸਟੀਟਿਊਸ਼ਨ ਅਸੈਂਬਲੀ ਦੇ ਪ੍ਰੈਜ਼ੀਡੈਂਟ ਬਣਦੇ ਨੇ 11 ਦਸੰਬਰ 1946 ਦੇ ਵਿੱਚ। ਤੇ ਜਿਹੜੇ HC ਮੁਖਰਜੀ ਹੁੰਦੇ ਨੇ ਇਹਨਾਂ ਨੂੰ ਆਪਾਂ ਕਹਿੰਦੇ ਵਾਈਸ ਪ੍ਰੈਜ਼ੀਡੈਂਟ। ਬੱਚਾ ਇਹ ਗੱਲ ਨੋਟ ਯਾਦ ਰੱਖੋ, ਇਹ ਪੂਰੇ ਡਾਇਰੈਕਟ ਕੁਐਸਚਨਸ ਨੇ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਹਾਂ। ਪਹਿਲਾ ਕੁਐਸਚਨ ਇਹ ਕਿ ਜਿਹੜਾ ਤੁਹਾਡਾ ਇਲੈਕਸ਼ਨ ਪ੍ਰੋਸੈਸ ਹੈਗਾ ਉਹ ਕਦੋਂ ਹੁੰਦਾ? 9 ਦਸੰਬਰ 1946 ਦੇ ਵਿੱਚ। ਦੂਜਾ ਕੁਐਸਚਨ ਇਹ ਕਿ ਟੈਂਪਰੇਰੀ ਪ੍ਰੈਜ਼ੀਡੈਂਟ ਕੌਣ ਬਣਦੇ ਨੇ? ਡਾਕਟਰ ਸਚਿੰਦਰਨਾਥ ਸਿਨਹਾ। ਤੀਜਾ ਕੁਐਸਚਨ ਜਿਹੜਾ ਹੈਗਾ ਤੁਹਾਡਾ ਇਹ ਹੈਗਾ ਕਿ ਪਰਮਾਨੈਂਟ ਪ੍ਰੈਜ਼ੀਡੈਂਟ ਕੌਣ ਹੁੰਦੇ ਨੇ ਕੌਨਸਟੀਟਿਊਸ਼ਨ ਅਸੈਂਬਲੀ ਦੇ? ਰਾਜਿੰਦਰ ਪ੍ਰਸਾਦ। ਤੇ ਚੌਥਾ ਕੁਐਸਚਨ ਇਹ ਹੈ ਕਿ ਵਾਈਸ ਪ੍ਰੈਜ਼ੀਡੈਂਟ ਕੌਣ ਬਣਦੇ ਨੇ? HC ਮੁਖਰਜੀ। ਠੀਕ ਹੈ,
उस तो बाद अगे बढ़ते हैं, ਜਿਹੜੇ कॉन्स्टिट्यूशनल एडवाइजर होंदे ने, ठीक है, वो कौन होंदे ने, BN राव। ये भी तुहानू याद रखना है, इंपॉर्टेंट हैगा। हुण हुंदा की है कि जदों साडा कॉन्स्टिट्यूशन बनाया जा रहा सीगा ते जवाहर लाल नेहरू जी दे द्वारा ये स्पीच दित्ती गई कि असी की सोच के ये बुक बना रहे हैं, इहदी सोल की हैगी, की सोच के रूल्स वगैरह लिखे जा रहे हैं ताकि अगे आने वाली जनरेशन नूं ये समझ आ सके किहड़ा रूल क्यों बनाया गया। तो पंडित जवाहर लाल नेहरू जी ने एक ऑब्जेक्टिव रेजोल्यूशन दिता, इस स्पीच नूं ऑब्जेक्टिव रेजोल्यूशन बोलिया गया। ये ऑब्जेक्टिव रेजोल्यूशन कदों कद दिता, 13 दिसंबर 1946 नूं, ठीक है। उस तो बाद इस रेजोल्यूशन नूं आपां की किया, प्रेएम्बल। प्रेएम्बल मतलब की हुंदा है, कॉन्स्टिट्यूशन दी एक समरी हुंदी है। समरी का मतलब एक बाहर एक पेज समरी दिती गई है जिहदे विच पूरा कॉन्स्टिट्यूशन का एक समराइज किया गया, कॉन्स्टिट्यूशन किस भावना तो बनाया गया, ठीक है। तो क्वेश्चन पूछ लेगा कि ऑब्जेक्टिव रेजोल्यूशन किहदे द्वारा दिता गया, पंडित जवाहर लाल नेहरू जी के द्वारा 13 दिसंबर 1946 नूं दिता गया। उस तो बाद ये जिहड़ा रेजोल्यूशन हैगा ये असी अडॉप्ट कद किया अपने च 22 जनवरी 1947। अगेन तुहानू ये दोनों डेट्स याद रखनियां हैगियां कि ऑब्जेक्टिव रेजोल्यूशन 13 दिसंबर 1946 नूं आया, अडॉप्ट इनू कद किया गया 12 जनवरी 1947 नूं। उस तो बाद हुण इत्थे ही एक होर डेट तुहानू मैं याद करवानी है, इस डेट नूं याद रखना है कि जदों असी कॉन्स्टिट्यूशन की गल करते हैगे अपने, ठीक है, कॉन्स्टिट्यूशन नूं अडॉप्ट कद किया गया सीगा, अडॉप्ट असी कर लिया सी, यानी कि कॉन्स्टिट्यूशन साडा जिहड़ा कंप्लीट हो गया सी वो होया सी 26 नवंबर 1949 नूं, ठीक है, 26 नवंबर 1949 नूं। बट जे असी गल करिए इनू लागू कद किया गया सी, ये किया गया सी 26 जनवरी 1950 नूं। हुण इदां क्यों कि जदों कंप्लीट हो के अडॉप्ट ही कर लिया तो लागू इन्नी देर बाद क्यों किया, इहदा रीजन हिस्टरी विच देखण नूं मिलदा है। एक सैशन होया सीगा तुहाडा 26 जनवरी 1929 नूं, लाहौर दा सैशन सीगा, ये इंडियन नैशनल कांग्रेस दा सैशन सी। हर साल ये जिहड़ी संस्था सी सैशन करदी सी, उहदे विच आज़ादी लई गल हुंदी सी कि किद्दां आपां अंग्रेज़ां तो आज़ादी करनी है। तो इस वक्त लाहौर के सैशन विच आपां मांग की सी पूर्ण स्वराज की। पूर्ण स्वराज का मतलब कि अंग्रेज़ां तो कंप्लीट इंडिपेंडेंस की आज़ादी लई, ते आ जिहड़ी आज़ादी लई पूर्ण स्वराज की मांग की। फिर उस तो बाद अगले साल 26 जनवरी 1930 नूं असी की किता, अपना पहला इंडिपेंडेंस डे बनाया। इसी नूं याद करते हुए 26 जनवरी 1950 नूं असी की किता, ये तुसी एक तरीके नाल कह लो कि आपां अपना कॉन्स्टिट्यूशन इस दिन नूं याद करते हुए इस दिन आपां लागू किया। हुण कॉन्स्टिट्यूशन अडॉप्ट कद किया 26 नवंबर 1949 नूं, लागू कद किया 26 जनवरी 1950 नूं। ये क्वेश्चन आ जाता है, ठीक है, इंपॉर्टेंट हैगा, याद रखियो। देखो धीरे धीरे तुहानूं सारा याद हो जाना, मैं क्वेश्चन जदों करवाने हजे बस सुनते जाओ। उस तो बाद जिहड़ी कॉन्स्टिट्यूशनल असैंबली हैगी इन्हें अपना जिहड़ा नैशनल सॉन्ग हैगा ते नैशनल एंथम हैगा ये कदों लिता, देखो नैशनल सॉन्ग लिता 24 जनवरी 1950 नूं, ते जिहड़ा नैशनल फ्लैग हैगा वो 22 जुलाई 1947 नूं ही अडॉप्ट कर लिया सीगा। ये दोनों डेट्स अगेन पूछी जांदियां ने, ते अज दा तुहाडा काम यही है ये सारी डेट्स नूं याद करना, रिमेंबर करना, ओके। चलो बट कोई नहीं, मैं जो क्वेश्चंस करावांगी ना तुहानूं होर अच्छे तरीके नाल याद हो जाएंगे। तो हुण जिहड़ी साडी असैंबली हैगी है इन्हें कॉन्स्टिट्यूशन जिहड़ा है वो कंप्लीट किया कि कदों किया, देखो 11 टोटल सैशन लगे, 2 साल लगे ते 11 महीने लगे। ये भी क्वेश्चन आंदा है कि साडा जिहड़ा कॉन्स्टिट्यूशन है उन्होंने कंप्लीट होने च कितना टाइम लग्या, 11 सैशन लगे, 2 साल लगे ते 11 महीने लगे ते नाल ही नाल 18 दिन लगे फाइनल ड्राफ्ट होने च, फाइनल बनन च। हुण इहदे विच अगर तुसीं देखोगे इस असैंबली दे विच 15 वूमेन मैंबर सीगियां, बट होया कि जदों ही पार्टीशन होया 9 रह गईयां, ओके। ये भी गल तुहानूं याद रखनियां ने, इंपॉर्टेंट हैगियां। हुण साडी कॉन्स्टिट्यूशन असैंबली दे विच बड़ी सारी इदां दी कमेटी सीगियां, अलग अलग कमेटियां जो अलग अलग काम करदियां सी, जिवें कि यूनियन पावर कमेटी सीगी, ओहदे हैड कौन सीगे, जवाहर लाल नेहरू। यूनियन कॉन्स्टिट्यूशन कमेटी ओहदे भी तुहाडे कौन सी, जवाहर लाल नेहरू। किहड़ी किहड़ी पूछी जाती है, ड्राफ्टिंग कमेटी तुहानूं पूछी जा सकती है कि जिन्हें कॉन्स्टिट्यूशन ड्राफ्ट किया सी ओहदे हैड कौन सी, BR अंबेडकर। जो तुहानूं ये पूछा जाए कि जो प्रोविंशियल कॉन्स्टिट्यूशन कमेटी सी वो कौन सी, सरदार पटेल। ये सारे तुहानूं अगेन याद करने ने कि किहड़ी किहड़ी कमेटी दे किहड़े किहड़े हैड सीगे। ये तुहाडा रीड करन वाला, इनू याद करियो, अज दी अज याद हो जाना चाहिए।
ਅੱਗੇ ਗੱਲ ਕਰਦੇ ਹਾਂ, ਪਲੀਜ਼ ਆਪਣੇ ਜਿਹੜੇ ਯਾਦ ਕਰਨ ਵਾਲੀ ਚੀਜ਼ਾਂ ਉਹਨੂੰ ਡਿਲੇ ਨਾ ਕਰਿਓ, ਕਿਉਂਕਿ ਜੀਐਸ ਜਿੱਦਾਂ ਜਿੱਦਾਂ ਕਰਦੇ ਜਾਓਗੇ ਜਿਹੜਾ ਕੰਮ ਹੈ ਵੱਧਦਾ ਜਾਂਦਾ ਹੈ, ਤੇ ਤੁਸੀਂ ਬਿਲਕੁਲ ਵੀ ਨਹੀਂ ਭੁੱਲਣਾ। ਹੁਣ ਹੁੰਦਾ ਕਿ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਉਹ ਸਾਡੀ ਹੁੰਦੀ ਡਰਾਫਟਿੰਗ ਕਮੇਟੀ। ਇਹਦੇ ਚੇਅਰਪਰਸਨ ਕੌਣ ਸੀ? BR ਅੰਬੇਦਕਰ। ਬਟ ਕਈ ਵਾਰੀ ਕੀ ਹੁੰਦਾ ਹੈ, ਇਹਦੇ ਵਿੱਚ ਨਾ ਇੱਦਾਂ ਕੁਐਸਚਨ ਬਣ ਜਾਂਦਾ ਹੈ ਕਿ ਕਿਹੜੇ ਇੱਦਾਂ ਦੇ ਮੈਂਬਰ ਸੀਗੇ ਜਿਹੜੇ ਤੁਹਾਡੀ ਡਰਾਫਟਿੰਗ ਕਮੇਟੀ ਦੇ ਵਿੱਚ ਨਹੀਂ ਸੀਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਗੱਲ ਨੋਟ ਕਰੋ, ਇੱਥੇ ਟੋਟਲ ਕਿੰਨੇ ਮੈਂਬਰਸ ਹੈਗੇ ਨੇ ਜਿਹੜੇ ਤੁਹਾਡੇ ਡਰਾਫਟਿੰਗ ਕਮੇਟੀ ਦੇ ਆਉਂਦੇ ਨੇ। ਟੋਟਲ ਤੁਸੀਂ ਅਗਰ ਦੇਖੋਗੇ 7 ਮੈਂਬਰਸ ਹੈਗੇ ਨੇ, ਹਨਾ। ਤੇ ਇਹਦੇ ਵਿੱਚੋਂ ਸੱਤੋਂ ਦੇ ਸੱਤੋਂ ਮੈਂਬਰ N ਗੋਪਾਲ ਸਵਾਮੀ, KM ਮਨੁਸ਼ੀ, ਅਲਾਇਦੀ ਕ੍ਰਿਸ਼ਨ ਸਵਾਮੀ, ਸੈयद ਮੁਹੰਮਦ ਸਦੁੱਲਾ, N ਮਾधव ਰਾਓ, टी कृष्णमचारी, ये सारे ਦੇ ਸਾਰੇ ਤੁਹਾਨੂੰ ਨਾਮ ਯਾਦ ਹੋਣੇ ਚਾਹੀਦੇ ਆ। ਤੇ ਕਨਸਟੀਟਿਊਸ਼ਨਲ ਅਸੈਂਬਲੀ ਨੇ ਦੇਖੋ 26 ਆਫ ਨਵੰਬਰ 1949 ਯਾਨੀ ਕਿ ਅਡਾਪਟ ਸਾਡਾ ਕਨਸਟੀਟਿਊਸ਼ਨ ਕਦ ਕਰ ਲਿਆ ਸੀ? 1949 ਨੂੰ, ਜਿਹਦੇ ਵਿੱਚ ਕਿੰਨੇ ਟੋਟਲ ਸ਼ਡਿਊਲ ਸੀ? 8 ਸ਼ਡਿਊਲ ਸੀ, 22 ਪਾਰਟ ਸੀ, 395 ਆਰਟੀਕਲ ਸੀਗੇ। ਇਹ ਯਾਦ ਰੱਖਣਾ, ਜਦੋਂ ਕਨਸਟੀਟਿਊਸ਼ਨ ਆਫ ਇੰਡੀਆ ਬਣਿਆ ਇਹਦੇ ਵਿੱਚ 8 ਸ਼ਡਿਊਲ ਹੁੰਦੇ ਨੇ, 22 ਪਾਰਟ ਹੁੰਦੇ ਨੇ, 395 ਆਰਟੀਕਲ ਹੁੰਦੇ ਨੇ। ਮੈਂ ਦੁਬਾਰਾ ਬੋਲਦੀ ਹਾਂ ਕਿ ਜਦੋਂ ਕਨਸਟੀਟਿਊਸ਼ਨ ਸਾਡਾ ਬਣਿਆ ਉਹਦੇ ਵਿੱਚ 8 ਸ਼ਡਿਊਲਸ ਹੁੰਦੇ ਨੇ, 22 ਪਾਰਟ ਹੁੰਦੇ ਨੇ, ਤੇ 395 ਜਿਹੜੇ ਨੇ ਆਰਟੀਕਲਸ ਹੁੰਦੇ ਨੇ। ਇਹ ਤੁਹਾਨੂੰ ਯਾਦ ਰੱਖਣਾ ਹੈ, ਇੰਪੋਰਟੈਂਟ ਹੈਗਾ। ਹੁਣ ਅੱਗੇ ਕੀ ਹੁੰਦਾ ਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਜਦੋਂ ਬਣਦਾ ਹੈ ਬੱਚਾ, ਇਹ ਹੁਣੇ ਨਾ ਮੈਂ ਥੋੜਾ ਜਿਹਾ ਇੱਥੇ ਤੱਕ ਹੀ ਕਰਵਾਉਣਾ ਚਾਹਾਂਗੀ। ਰੀਜ਼ਨ ਇਹ ਹੈ ਕਿ ਤੁਹਾਡੇ ਯਾਦ ਕਰਨ ਲਈ ਬਹੁਤ ਸਾਰਾ ਕੁਝ ਹੋ ਜਾਏਗਾ। ਅੱਗੇ ਹੁਣ ਇੱਕ ਲੈਕਚਰ ਮੈਂ ਨਾ ਕੁਐਸਚਨਸ ਦਾ ਲੈ ਕੇ ਆਨੀ ਆ ਕਿ ਜਿੰਨਾ ਮੈਂ ਕਰਵਾਇਆ ਉਹਦੇ ਮੈਂ ਇੱਕ ਵਾਰ MCQs ਤੁਹਾਨੂੰ ਕਰਵਾ ਦਾਂ ਤਾਂ ਕਿ ਤੁਹਾਨੂੰ ਇੱਕਦਮ ਬਿਲਕੁਲ ਪਰਫੈਕਟਲੀ ਯਾਦ ਹੋ ਜਾਣ ਇਹ ਚੀਜ਼ਾਂ, ਠੀਕ ਹੈ। ਤੇ ਹੁਣ ਤੁਸੀਂ ਹਜੇ ਲਈ ਇੰਨਾ ਹੀ ਕਰੋ। ਅੱਜ ਦੇ ਲੈਕਚਰ ਦੇ ਵਿੱਚ ਕੋਸ਼ਿਸ਼ ਕਰਾਂਗੀ ਕਿ ਅੱਜ ਰਾਤੀ ਮੈਂ ਇੱਕ ਤੁਹਾਡੇ MCQs ਦਾ ਕੁਐਸਚਨ ਸੀਰੀਜ਼ ਵੀ ਪਾ ਦਾਂ, ਨਹੀਂ ਤਾਂ ਸਵੇਰੇ ਉਹ ਜਲਦੀ ਪੈ ਜਾਏਗਾ ਜਿਹੜਾ ਲੈਕਚਰ ਹੈਗਾ ਵਾ। ਉਹਦੇ ਵਿੱਚ ਤੁਹਾਨੂੰ ਕੀ ਹੋਏਗਾ ਕਿ MCQs ਕਰਵਾ ਦਾਂਗੀ ਜਿੰਨਾ ਮੈਂ ਪੜ੍ਹਾਇਆ, ਤਾਂ ਕਿ ਤੁਹਾਨੂੰ ਇਹ ਯਾਦ ਹੋ ਜਾਏ ਕਿ ਕਨਸਟੀਟਿਊਸ਼ਨ ਆਫ ਇੰਡੀਆ ਬਾਰੇ ਤੁਹਾਨੂੰ ਕੀ ਗੱਲਾਂ ਜਿਹੜੀਆਂ ਨੇ ਪਤਾ ਹੈ। ਉਸ ਤੋਂ ਬਾਅਦ ਇਹ ਆਪਾਂ ਅੱਗੇ ਵਾਲੇ ਚੈਪਟਰਸ ਵੀ ਕਰਾਂਗੇ, ਮੈਂ ਸਾਰਾ ਕੰਪਲੀਟ ਕਰਵਾਵਾਂਗੀ, ਟੈਨਸ਼ਨ ਨਾ ਲਓ। ਇੱਕ ਵਾਰੀ ਬਸ ਪੜ੍ਹਦੇ ਜਾਓ। ਇਹ ਕਨਸਟੀਟਿਊਸ਼ਨ ਆਫ ਇੰਡੀਆ ਬਹੁਤ ਈਜ਼ੀ ਹੈਗਾ, ਧੀਰੇ ਧੀਰੇ ਤੁਸੀਂ ਕੰਫਰਟੇਬਲ ਹੋ ਜਾਓਗੇ। ਜੇ ਤਾਂ ਤੁਹਾਨੂੰ ਮੇਰੇ ਲੈਕਚਰ ਪਸੰਦ ਆਉਂਦੇ ਨੇ, ਤੁਸੀਂ ਮੇਰਾ ਜਿਹੜਾ ਗਰੁੱਪ ਹੈਗਾ ਵਾ ਜਿੱਥੇ ਮੇਰੇ SSC ਦੇ ਵਾਲੇ ਬੱਚੇ ਵੀ ਹੁੰਦੇ ਨੇ ਉਹ ਜੁਆਇਨ ਕਰ ਸਕਦੇ ਹੋ। ਤੁਸੀਂ ਸਰਚ ਕਰੋਗੇ ਯਸ਼ਿਕਾ ਟੰਡਨ GS ਆਫੀਸ਼ੀਅਲ, ਤੁਹਾਨੂੰ ਇੱਕ ਗਰੁੱਪ ਮਿਲ ਜਾਏਗਾ, ਠੀਕ ਹੈ। ਇਸ ਗਰੁੱਪ ਦੇ ਵਿੱਚ ਤੁਸੀਂ ਐਡ ਅਪ ਹੋ ਸਕਦੇ ਹੋ। ਮੇਰੇ ਬਾਕੀ ਵੀ ਬਹੁਤ ਸਾਰੇ ਸੈਸ਼ਨਸ ਹੁੰਦੇ ਨੇ ਬੱਚਾ, ਲਾਈਵ ਸੈਸ਼ਨਸ, ਉਹ ਅਨਅਕੈਡਮੀ ਤੇ ਹੁੰਦੇ ਨੇ, ਤੁਸੀਂ ਉਹ ਵੀ ਲੈ ਸਕਦੇ ਹੋ, ਉਹ ਵੀ ਫ੍ਰੀ ਆਫ ਕਾਸਟ ਹੁੰਦੇ ਨੇ, ਠੀਕ ਹੈ। ਉਹ ਤੁਹਾਡੇ ਲਈ ਵੀ ਬੈਨੀਫੀਸ਼ੀਅਲ ਹੋਣੇ ਨੇ ਕਿਉਂਕਿ ਉਹਨਾਂ ਵਿੱਚ ਆਪਾਂ ਕੁਐਸਚਨਸ, ਕਰੰਟ ਅਫੇਅਰਸ ਵਗੈਰਾ ਹੈਗੇ ਉਹ ਕਰਦੇ ਹਾਂ। ਸੋ ਧੰਨਵਾਦ। ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਜਿਹੜਾ ਹੈ ਉਹ ਪਸੰਦ ਆਇਆ ਹੋਵੇ, ਤੇ ਆ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਤੇ ਕਮੈਂਟ ਸੈਕਸ਼ਨ 'ਚ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਮੇਰੀ ਟੀਚਿੰਗ ਕਿੱਦਾਂ ਦੀ ਲੱਗਦੀ ਹੈ। ਥੈਂਕ ਯੂ ਵੈਰੀ ਮਚ, ਹੈਵ ਅ ਗ੍ਰੇਟ ਡੇ।